ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਹੁਣ ਸ੍ਰੀ ਸੁਖਮਨੀ ਸਾਹਿਬ ਦੀ ਚੌਥੀ ਅਸ਼ਟਪਦੀ ਤੋਂ ਵਿਆਖਿਆ ਦੀ ਆਰੰਭਤਾ ਕਰੀਏ। ਮਹਾਰਾਜ ਬਚਨ ਕਰਦੇ ਹਨ। ਸ਼ਲੋਕ ਨਿਰਗੁਣਿਆਰ ਇਆਨਿਆ। ਮਹਾਰਾਜ ਕਹਿਣ ਲੱਗੇ, ਹੇ ਔਗਣਾਂ ਦੇ ਨਾਲ ਭਰੇ ਹੋਏ ਮੂਰਖ ਇਆਣੇ ਜੀਵ, ਤੇਰੇ ਅੰਦਰ ਕੋਈ ਗੁਣ ਨਹੀਂ, ਜਿੰਨੇ ਵੀ ਤੇਰੇ ਅੰਦਰ ਔਗਣ ਹੀ ਔਗਣ ਹਨ। ਹੇ ਔਗਣਾਂ ਦੇ ਨਾਲ ਭਰੇ ਹੋਏ ਇਆਣੇ ਮੂਰਖ ਜੀਵ, ਸੋ ਪ੍ਰਭ ਸਦਾ ਸੰਭਾਲ। ਉਹ ਜਿਹੜਾ ਪ੍ਰਭੂ ਹੈ ਨਾ, ਸਾਰਿਆਂ ਗੁਣਾਂ ਦਾ ਦਾਤਾ, ਗੁਣਾਂ ਦੀ ਦਾਤ ਦੇਣ ਵਾਲਾ, ਸਤ ਸੰਤੋਖ ਦਇਆ ਧਰਮ ਆਦਿਕ ਗੁਣ ਦੇਣ ਵਾਲਾ, ਉਸ ਪ੍ਰਭੂ ਨੂੰ ਸੰਭਾਲ, ਉਹਨੂੰ ਆਪਣੇ ਹਿਰਦੇ ਵਿੱਚ ਯਾਦ ਰੱਖ। ਜਿਨ ਕੀਆ ਤਿਸ ਚੀਤ ਰੱਖ। ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਨਾ, ਉਹਨੂੰ ਚੇਤੇ 'ਚ ਰੱਖਿਆ ਕਰ, ਉਹਨੂੰ ਆਪਣੇ ਚਿੱਤ 'ਚ ਵਸਾ ਕੇ ਰੱਖਿਆ ਕਰ। ਨਾਨਕ ਨਿਭਹੀ ਨਾਲ, ਕਿਉਂਕਿ ਜਿਹੜੇ ਪਦਾਰਥ ਤੇਰੇ ਚਿੱਤ ਦੇ ਵਿੱਚ ਵਸਦੇ ਨੇ ਨਾ, ਇਹਨਾਂ ਨੇ ਤੇਰੇ ਨਾਲ ਨਹੀਂ ਨਿਭਣਾ। ਜੋ ਤੇਰਾ ਪਰਿਵਾਰ, ਭੈਣ ਭਰਾ, ਮਾਤਾ ਪਿਤਾ ਆਦਿਕ ਜੋ ਜੀਵ ਤੇਰੇ ਚਿੱਤ 'ਚ ਵਸੇ ਹੋਏ ਹਨ, ਉਹਨਾਂ ਨੇ ਤੇਰੇ ਨਾਲ ਨਹੀਂ ਨਿਭਣਾ। ਜੇ ਨਿਭੂਗਾ ਨਾਨਕ ਨਿਭਹੀ ਨਾਲ, ਉਹ ਪ੍ਰਭੂ ਹੀ ਤੇਰੇ ਨਾਲ ਨਿਭੇਗਾ, ਪਰਲੋਕ ਤੱਕ ਤੇਰੀ ਸਹਾਇਤਾ ਕਰੇਗਾ। ਮਹਾਰਾਜ ਕਹਿੰਦੇ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ। ਮਹਾਰਾਜ ਕਹਿੰਦੇ ਉਸ ਰਮਈਆ ਦੇ, ਜਿਹੜਾ ਰਮਈਆ ਸਾਰੇ ਪਾਸੇ ਰਵਿਆ ਹੋਇਆ ਵਿਆਪਕ ਹੈ, ਜਿਹਦੀ ਜੋਤ ਸਾਰਿਆਂ ਘਟਾਂ ਵਿੱਚ ਆ ਰਹੀ ਹੈ। ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਨੀ। ਉਹ ਜਿਹੜਾ ਰਮਈਆ ਨਾ ਸਾਰੇ ਪਾਸੇ ਰਵਿਆ ਹੋਇਆ, ਉਹਦੇ ਗੁਣਾਂ ਨੂੰ ਚੇਤੇ ਕਰ ਹੇ ਪ੍ਰਾਣੀ। ਉਹਦੇ ਉਪਕਾਰਾਂ ਨੂੰ ਚੇਤੇ ਕਰ। ਤੇਰੇ ਤੇ ਕਿੰਨੇ ਉਪਕਾਰ ਕੀਤੇ ਆ ਵਾਹਿਗੁਰੂ ਨੇ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਸਭ ਤੋਂ ਪਹਿਲਾ ਉਪਕਾਰ ਤੇਰੇ ਤੇ ਇਹ ਹੈ। ਕਵਨ ਮੂਲ, ਤੇਰਾ ਦੇਖ ਮੂਲ ਕੀ ਸੀ। ਤੇਰਾ ਮੂਲ ਕੀ ਹੈ? ਜਿਸ ਤੋਂ ਤੇਰਾ ਸਰੀਰ ਬਣਿਆ, ਮਾਂ ਦੇ ਖੂਨ ਤੋਂ ਤੇ ਪਿਤਾ ਦੇ ਬਿੰਦ ਤੋਂ, ਜਿਹਨੂੰ ਦੇਖਣ ਦੇ ਨਾਲ ਦੁਨੀਆ ਦੇ ਲੋਕ ਗਿਲਾਨੀ ਕਰਦੇ ਐ। ਇਹੋ ਜੀ ਅਪਵਿੱਤਰ ਚੀਜ਼ ਤੋਂ ਮਹਾਰਾਜ ਨੇ ਦੇਖ ਕੀ ਸੋਹਣਾ ਬਣਾ ਕੇ ਦਿਖਾਤਾ ਤੈਨੂੰ, ਕਿੱਡਾ ਸੋਹਣਾ ਤੇਰਾ ਸਰੀਰ ਬਣਾ ਕੇ ਦਿਖਾਤਾ ਵਾਹਿਗੁਰੂ ਨੇ। ਫਿਰ ਜਿਨ ਤੂੰ ਸਾਜ ਸਵਾਰ ਸੀ ਗਾਰਿਆ। ਜਿਸ ਵਾਹਿਗੁਰੂ ਨੇ ਤੈਨੂੰ ਪੰਜਾਂ ਤੱਤਾਂ ਤੋਂ ਸਾਜਤਾ, ਫਿਰ ਦੇਖ ਕਿੰਨਾ ਸੋਹਣਾ ਸਵਾਰਤਾ ਬਣਾਤਾ। ਫਿਰ ਤੈਨੂੰ ਸ਼ਿੰਗਾਰਤਾ, ਮਤਲਬ ਤੇਰਾ ਕਿੰਨਾ ਸੋਹਣਾ ਤੇਰੇ ਮੁਖ ਦੇ ਉੱਤੇ ਨੱਕ ਲਾਤਾ, ਕਿੰਨੀਆਂ ਸੋਹਣੀਆਂ ਤੇਰੀਆਂ ਅੱਖਾਂ ਬਣਾਈਆਂ ਨੇ, ਕੀ ਸੋਹਣੀਆਂ ਤੇਰੀਆਂ ਪਲਕਾਂ ਬਣਾਈਆਂ ਹਨ। ਜਿਸ ਵਾਹਿਗੁਰੂ ਨੇ ਤੈਨੂੰ ਸ਼ਿੰਗਾਰ ਦਿੱਤਾ, ਪਹਿਲਾਂ ਤਾਂ ਤੈਨੂੰ ਪੰਜਾਂ ਤੱਤਾਂ ਦੀ ਮਿੱਟੀ ਤੋਂ ਸਾਜਿਆ, ਫਿਰ ਤੈਨੂੰ ਸਵਾਰਿਆ, ਫਿਰ ਤੈਨੂੰ ਆ ਸੋਹਣੇ ਇੰਦਰੀਆਂ, ਤੇਰੇ ਨੱਕ ਮੁਖ ਆਦਿਕ ਸਭ ਕੁਝ ਲਾ ਕੇ ਤੈਨੂੰ ਸ਼ਿੰਗਾਰਤਾ। ਗਰਭ ਅਗਨ ਮਹਿ ਜਿਨਹਿ ਉਬਾਰਿਆ। ਫਿਰ ਉਹ ਤੋਂ ਬਾਅਦ ਜਦੋਂ ਮਾਂ ਦੇ ਗਰਭ ਦੇ ਵਿੱਚ ਤੂੰ ਪੁੱਠਾ ਲਟਕਦਾ ਸੀ, ਉਸ ਵਕਤ ਵਾਹਿਗੁਰੂ ਨੇ ਤੈਨੂੰ ਮਾਂ ਦੇ ਗਰਭ ਦੀ ਅਗਨ, ਉਹ ਅਵਸਥਾ ਦੇ ਵਿੱਚ ਜੇ ਮਾਤਾ ਕੱਚੇ ਰੋੜ ਖਾਵੇ ਨਾ, ਉਹ ਕੱਚੇ ਰੋੜੇ ਖਾਦੇ ਹੋਏ ਵੀ ਮਾਤਾ ਦੇ ਅੰਦਰ ਪਿਘਲ ਜਾਂਦੇ। ਪਰ ਦੇਖ ਲਓ, ਉੱਥੇ ਬੱਚੇ ਦੀ ਫੁੱਲਾਂ ਵਰਗੀ ਨਾਜ਼ੁਕ ਚਮੜੀ ਹੁੰਦੀ ਹੈ, ਜਿਸ ਨੂੰ ਵਾਹਿਗੁਰੂ ਸੜਨ ਨਹੀਂ ਦਿੰਦਾ। ਗਰਭ ਅਗਨ ਮਹਿ ਜਿਨਹਿ ਉਬਾਰਿਆ। ਜਿਸ ਵਾਹਿਗੁਰੂ ਨੇ ਤੈਨੂੰ ਮਾਂ ਦੇ ਗਰਭ ਦੀ ਅੱਗ ਤੋਂ ਬਚਾਇਆ, ਤੈਨੂੰ ਸੜਨ ਨਹੀਂ ਦਿੱਤਾ। ਫਿਰ ਬਾਰ ਵਿਵਸਥਾ ਤੁਝ ਹੈ ਪਿਆਰ ਹੈ ਦੂਧ। ਫਿਰ ਜਦੋਂ ਤੂੰ ਬਾਲਕ ਅਵਸਥਾ 'ਚ ਹੁੰਦਾ ਹੈ, ਉਦੋਂ ਜਦੋਂ ਤੇਰੇ ਮੂੰਹ 'ਚ ਦੰਦੀਆਂ ਨਹੀਂ ਹੁੰਦੀਆਂ, ਦੰਦ ਨਹੀਂ ਹੁੰਦੇ, ਉਸ ਵਕਤ ਤੈਨੂੰ ਮਾਤਾ ਦੀ ਛਾਤੀ ਦਾ ਦੁੱਧ ਬਖਸ਼ਦਾ ਹੈ। ਤੇ ਫਿਰ ਉਸ ਵਕਤ ਤੈਨੂੰ ਮਹਾਰਾਜ ਕਹਿੰਦੇ ਬਾਰ ਵਿਵਸਥਾ ਤੁਝ ਹੈ ਪਿਆਰ ਹੈ ਦੂਧ। ਫਿਰ ਬਾਲਕ ਅਵਸਥਾ ਦੇ ਵਿੱਚ ਤੈਨੂੰ ਮਾਂ ਦਾ ਦੁੱਧ ਬਖਸ਼ਦਾ ਹੈ ਪੀਣ ਵਾਸਤੇ। ਉਦੋਂ ਤੇਰੀ ਸਾਂਭ ਸੰਭਾਲ ਕਰਦਾ ਹੈ। ਭਰ ਜੋਬਨ ਭੋਜਨ ਸੁਖ ਸੂਦ। ਤੇ ਫਿਰ ਵਾਹਿਗੁਰੂ ਜਦੋਂ ਭਰ ਜਵਾਨੀ 'ਚ ਆ ਜਾਂਦਾ ਹੈ, ਕਿਹੜਾ ਭੋਜਨ ਤੇਰੇ ਸਰੀਰ ਲਈ ਚੰਗਾ ਹੈ ਤੇ ਕਿਸ ਪ੍ਰਕਾਰ ਤੂੰ ਸੁਖ ਭੋਗ ਸਕਦਾ, ਉਹ ਸਾਰੀ ਤੈਨੂੰ ਸੋਝੀ ਗਿਆਤ ਬਖਸ਼ਦਾ। ਤੈਨੂੰ ਸਮਝ ਦਿੰਦਾ ਵਾਹਿਗੁਰੂ, ਤੈਨੂੰ ਭੋਜਨ ਦਿੰਦਾ, ਵਧੀਆ ਵਧੀਆ ਵਸਤਰ ਆਦਿਕ ਦਿੰਦਾ ਹੈ, ਸਭ ਤੈਨੂੰ ਸੁੱਖਾਂ ਦੀ ਸੋਝੀ ਬਖਸ਼ ਦਿੰਦਾ ਵੀ ਕਿਹੜੀਆਂ ਚੀਜ਼ਾਂ 'ਚ ਤੈਨੂੰ ਸੁੱਖ ਮਿਲਣਾ, ਕਿਹੜੀਆਂ 'ਚੋਂ ਦੁੱਖ ਮਿਲਣਾ, ਸਭ ਤੈਨੂੰ ਸੁੱਧ ਖਬਰ ਦਿੰਦਾ ਵਾਹਿਗੁਰੂ। ਫਿਰ ਮਹਾਰਾਜ ਕਹਿਣ ਲੱਗੇ ਬਿਰਧ ਭਇਆ ਉਪਰ ਸਾਕ ਸੈਨ।
ਜਦੋਂ ਤੂੰ ਬਜ਼ੁਰਗ ਹੋ ਜਾਣਾ, ਉਸ ਵਕਤ ਤੇਰੇ ਸਿਰ ਦੇ ਉੱਤੇ ਤੇਰੇ ਸਾਰੇ ਜਿੰਨੇ ਵੀ ਸਾਕ ਸੰਬੰਧੀ ਹਨ, ਪੁੱਤਰ ਧੀਆਂ ਹਨ, ਰਿਸ਼ਤੇਦਾਰ ਹਨ, ਉਹਨਾਂ ਨੂੰ ਤੇਰੇ ਸਿਰ ਦੇ ਉੱਤੇ ਖੜਾ ਦਿੰਦਾ ਵਾਹਿਗੁਰੂ। ਕਾਹਦੇ ਵਾਸਤੇ? ਮੁਖ ਅਪਿਆਓ ਬੈਠ ਕਉਦੈਨ। ਤੂੰ ਆਪਣੇ ਆਪ ਆਪਣੇ ਮੂੰਹ ਦੇ ਵਿੱਚ ਬੁਰਕੀ ਨਹੀਂ ਪਾ ਸਕਦਾ ਭੋਜਨ ਦੀ, ਆਪਣੇ ਹੱਥਾਂ ਦੇ ਨਾਲ ਫੜ ਕੇ ਤੂੰ ਪਾਣੀ ਨਹੀਂ ਪੀ ਸਕਦਾ। ਉਸ ਵਕਤ ਉਹ ਸਾਕ ਸੰਬੰਧੀ ਤੇਰੇ ਮੂੰਹ ਦੇ ਵਿੱਚ ਅਪਿਆਓ ਦਾ ਮਤਲਬ ਹੁੰਦਾ ਭੋਜਨ। ਫਿਰ ਮਹਾਰਾਜ ਕਹਿਣ ਲੱਗੇ, ਮੁਖ ਅਪਿਆਓ ਬੈਠ ਕਉਦੈਨ। ਤੈਨੂੰ ਬੈਠੇ ਬਿਠਾਏ ਨੂੰ ਤੇਰੇ ਮੁਖ ਦੇ ਵਿੱਚ ਭੋਜਨ ਦਿੰਦੇ ਐ, ਤੇਰੇ ਮੂੰਹ ਦੇ ਵਿੱਚ ਭੋਜਨ ਦੀਆਂ ਬੁਰਕੀਆਂ ਪਾਉਂਦੇ, ਤੇਰੇ ਮੂੰਹ ਦੇ ਵਿੱਚ ਪਾਣੀ ਦੀ ਘੁੱਟ ਪਾਉਂਦੇ ਐ। ਜਦੋਂ ਤੂੰ ਬਜ਼ੁਰਗ ਹੋ ਜਾਣਾ, ਜਦੋਂ ਤੂੰ ਆਪ ਖਾ ਨਹੀਂ ਸਕਦਾ, ਪੀ ਨਹੀਂ ਸਕਦਾ, ਤੇਰੇ ਸਾਕ ਸੰਬੰਧੀ ਤੇਰੇ ਸਿਰ ਦੇ ਉੱਤੇ ਤੇਰੀ ਸਾਂਭ ਸੰਭਾਲ ਕਰਨ ਵਾਸਤੇ ਮਹਾਰਾਜ ਵਾਹਿਗੁਰੂ ਖੜੇ ਕਰ ਦਿੰਦਾ। ਉਹ ਤੈਨੂੰ ਮੂੰਹ ਦੇ ਵਿੱਚ ਰੋਟੀ ਦੀਆਂ ਬੁਰਕੀਆਂ ਦਿੰਦੇ ਨੇ, ਤੈਨੂੰ ਪਾਣੀ ਦੀ ਘੁੱਟ ਵੀ ਉਹ ਤੇਰੇ ਮੂੰਹ 'ਚ ਬੈਠੇ ਬਿਠਾਏ ਨੂੰ ਪਿਆਉਂਦੇ, ਮਤਲਬ ਬੈਠੇ ਬਿਠਾਇਆ ਨੂੰ ਭੋਜਨ ਖਵਾਉਂਦੇ। ਫਿਰ ਅੱਗੇ ਕਹਿੰਦੇ, ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਪਰ ਇਹ ਐਡਾ ਨਿਰਗੁਣ ਯਾਰ ਹੈ, ਇਹ ਐਡਾ ਔਗਣਾ ਦੇ ਨਾਲ ਭਰਿਆ ਹੋਇਆ ਨਾ ਸ਼ੁਕਰਾ ਹੈ। ਮਹਾਰਾਜ ਕਹਿਣ ਲੱਗੇ, ਗੁਣ ਕਛੂ ਨਾ ਬੂਝੈ। ਉਸ ਵਾਹਿਗੁਰੂ ਦੇ ਉਪਕਾਰ ਨਹੀਂ ਬੁੱਝਦਾ, ਇਹ ਉਸ ਪਰਮਾਤਮਾ ਦੇ ਉਪਕਾਰ ਨਹੀਂ ਸਿਆਣਦਾ ਵੀ ਦੇਖ ਕਿੰਨੇ ਤੇਰੇ ਤੇ ਵਾਹਿਗੁਰੂ ਨੇ ਉਪਕਾਰ ਕੀਤੇ ਆ। ਬਖਸ਼ ਲੇਹੋ ਤਉ ਨਾਨਕ ਸੀਜੈ। ਬਸ ਮਹਾਰਾਜ ਇਹਨੂੰ ਤੂੰ ਆਪ ਬਖਸ਼ ਲੈ ਤਾਂ ਇਹਦੀ ਕਲਿਆਣ ਹੋਣੀ ਹੈ ਇਸ ਜੀਵ ਦੀ। ਨਹੀਂ ਤਾਂ ਮਹਾਰਾਜ ਜਿੰਨੇ ਅੰਦਰ ਇਹਦੇ ਔਗਣ ਨੇ ਨਾ, ਇਹਨੂੰ ਕੋਈ ਨਹੀਂ ਬਚਾ ਸਕਦਾ ਨਰਕਾਂ ਵਿੱਚ ਡਿੱਗਣ ਤੋਂ। ਅਗਲੀ ਪੌੜੀ ਦੇ ਵਿੱਚ ਸਤਿਗੁਰੂ ਜੀ ਮਹਾਰਾਜ ਬਚਨ ਕਰਦੇ ਆ, ਕਹਿੰਦੇ, ਜਿਹ ਪ੍ਰਸਾਦ ਧਰ ਉਪਰ ਸੁਖ ਬਸੈ। ਪ੍ਰਸਾਦ ਦਾ ਮਤਲਬ ਇੱਥੇ ਕਿਰਪਾ ਸਮਝਣਾ ਹੈ। ਇਹਨੂੰ ਪ੍ਰਸਾਦ ਹੀ ਪਾਠ ਕਰਨਾ, ਇਹਨੂੰ ਪ੍ਰਸ਼ਾਦ ਨਹੀਂ ਕਹਿਣਾ, ਪ੍ਰਸ਼ਾਦ ਖਾਣ ਵਾਲਾ ਹੋ ਜਾਂਦਾ। ਪ੍ਰਸਾਦ ਕਿਰਪਾ। ਕਹਿੰਦੇ, ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਹੈ। ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਧਰਤੀ ਦੇ ਉੱਤੇ ਸੁਖੀ ਵਸਦਾ ਹੈ। ਸੁਤ ਭਰਾਤ ਮੀਤ ਬੰਤਾ ਸੰਗ ਹਸੈ। ਤੂੰ ਆਪਣੇ ਪੁੱਤਰਾਂ ਦੇ ਨਾਲ, ਆਪਣੇ ਭਰਾਵਾਂ ਦੇ ਨਾਲ, ਆਪਣੇ ਮਿੱਤਰਾਂ ਦੇ ਨਾਲ, ਆਪਣੀ ਘਰ ਵਾਲੀ ਦੇ ਨਾਲ, ਇਹਨਾਂ ਦੇ ਨਾਲ ਤੂੰ ਹੱਸਦਾ ਖੇਡਦਾ ਜਿਹਦੀ ਕਿਰਪਾ ਦੇ ਨਾਲ। ਜਿਹ ਪ੍ਰਸਾਦ ਪੀਵਹਿ ਸੀਤਲ ਜਲਾ। ਜਿਹਦੀ ਕਿਰਪਾ ਦੇ ਨਾਲ ਜਦੋਂ ਗਰਮੀ ਦਾ ਮੌਸਮ ਹੁੰਦਾ, ਕੀ ਸੋਹਣਾ ਸ਼ੀਤਲ ਪਾਣੀ ਤੂੰ ਉਹਦੀ ਕਿਰਪਾ ਦੇ ਨਾਲ ਪੀਣਾ। ਜਿਹਦੀ ਕਿਰਪਾ ਦੇ ਨਾਲ ਤੂੰ ਠੰਡਾ ਜਲ ਛਕਦਾ ਹੈ। ਸੁਖਦਾਈ ਪਵਨ ਪਾਵਕ ਅਮੁੱਲਾ। ਜਿਸ ਵਾਹਿਗੁਰੂ ਨੇ ਤੇਰੇ ਸੁਖ ਦੇਣ ਵਾਸਤੇ ਕੀ ਸੋਹਣੀ ਆ ਹਵਾ ਬਣਾਈ ਹੈ। ਜਦੋਂ ਸਰੀਰ ਦੇ ਉੱਤੇ ਠੰਡੀ ਠੰਡੀ ਹਵਾ ਲੱਗਦੀ ਹੈ, ਕਿੰਨਾ ਆਨੰਦ ਆਉਂਦਾ ਹੈ, ਕਿੰਨਾ ਰਸ ਆਉਂਦਾ ਹੈ। ਕਹਿੰਦੇ ਮਹਾਰਾਜ, ਸੁਖਦਾਈ ਪਵਨ ਪਾਵਕ ਅਮੁੱਲਾ। ਜਿਸ ਨੇ ਵਾਹਿਗੁਰੂ ਨੇ ਤੈਨੂੰ ਸੁਖਦਾਇਕ ਇਹ ਪਵਨ ਹਵਾ, ਪਾਵਕ ਕਹਿੰਦੇ ਨੇ ਅੱਗ, ਜਿਹਦੇ ਤੇ ਤੂੰ ਭੋਜਨ ਪਕਾ ਕੇ ਛਕਦਾ, ਆਪਣੇ ਮਨ ਭਾਉਂਦਾ ਭੋਜਨ ਛਕਦਾ ਜਿਹਦੇ ਤੇ ਤੂੰ ਪਕਾ ਕੇ। ਇਹ ਸਭ ਅਨਮੋਲ ਵਸਤੂਆਂ, ਇਹ ਮੁੱਲ ਨਹੀਂ ਮਿਲਦੀਆਂ। ਹਵਾ ਕਿਤੋਂ ਮੁੱਲ ਨਹੀਂ ਲੈ ਸਕਦਾ, ਅੱਗ ਕਿਤੋਂ ਮੁੱਲ ਨਹੀਂ ਲੈ ਸਕਦਾ। ਇਹ ਅਨਮੋਲ ਨੇ, ਇਹਨਾਂ ਦਾ ਕੋਈ ਮੁੱਲ ਨਹੀਂ ਹੈ। ਇਹ ਅਨਮੋਲ ਵਸਤੂਆਂ ਵਾਹਿਗੁਰੂ ਨੇ ਤੈਨੂੰ ਦਿੱਤੀਆਂ, ਇਹ ਉਪਕਾਰ ਤੇਰੇ ਤੇ ਕੀਤਾ। ਜਿਹ ਪ੍ਰਸਾਦ ਭੋਗਹਿ ਸਭ ਰਸਾ। ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਸਾਰੇ ਰਸ ਲੈਣਾ, ਖਾਣ ਦਾ, ਪਹਿਨਣ ਦਾ, ਬੋਲਣ ਦਾ, ਭੋਗਣ ਦਾ, ਇਹ ਸਾਰੇ ਰਸ ਤੂੰ ਜਿਹਦੀ ਕਿਰਪਾ ਦੇ ਨਾਲ ਲੈਣਾ। ਮਹਾਰਾਜ ਕਹਿਣ ਲੱਗੇ, ਸਗਲ ਸਮੱਗਰੀ ਸੰਗ ਸਾਥ ਬਸਾ। ਤੇ ਮਹਾਰਾਜ ਕਹਿਣ ਲੱਗੇ, ਸਾਰੀ ਸਮੱਗਰੀ ਦੇ ਨਾਲ ਵਸਦਾ ਤੂੰ, ਮਤਲਬ ਤੈਨੂੰ ਵਰਤਣ ਨੂੰ ਮਹਾਰਾਜ ਨੇ ਸਭ ਕੁਝ ਦਿੱਤਾ। ਦੇਖ ਲੈ, ਸਾਰੀਆਂ ਚੀਜ਼ਾਂ ਨੂੰ ਤੂੰ ਆਪਣੇ ਵਰਤਣ ਵਾਸਤੇ, ਉਹਨਾਂ ਦੇ ਵਿੱਚ ਰਹਿਣਾ, ਤੂੰ ਉਹਨਾਂ ਨੂੰ ਵਰਤਦਾ ਹੈ। ਸਗਲ ਸਮੱਗਰੀ ਸੰਗ ਸਾਥ ਬਸਾ। ਤੂੰ ਸਾਰੀ ਸਮੱਗਰੀ ਦੇ ਨਾਲ, ਪਦਾਰਥਾਂ ਦੇ ਨਾਲ ਵਸਦਾ, ਮਤਲਬ ਸਾਰੇ ਪਦਾਰਥ ਵਾਹਿਗੁਰੂ ਨੇ ਤੈਨੂੰ ਵਰਤਣ ਵਾਸਤੇ ਦਿੱਤੇ ਹੋਏ। ਫਿਰ ਅੱਗੇ ਕਹਿੰਦੇ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ। ਦੇਖ ਵਾਹਿਗੁਰੂ ਨੇ ਤੈਨੂੰ ਹੱਥ ਦਿੱਤੇ ਸੇਵਾ ਕਰਨ ਵਾਸਤੇ, ਤੈਨੂੰ ਪੈਰ ਦਿੱਤੇ ਸਤ ਸੰਗਤ ਦੇ ਵਿੱਚ ਚੱਲ ਕੇ ਜਾਣ ਵਾਸਤੇ, ਤੈਨੂੰ ਕੰਨ ਦਿੱਤੇ ਮਹਾਰਾਜ ਦੀ ਬਾਣੀ ਸੁਣਨ ਵਾਸਤੇ, ਤੈਨੂੰ ਅੱਖਾਂ ਦਿੱਤੀਆਂ ਵਾਹਿਗੁਰੂ ਦੇ ਦਰਸ਼ਨ ਕਰਨ ਵਾਸਤੇ, ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ, ਤੈਨੂੰ ਰਸਨਾ ਦਿੱਤੀ ਨਾਮ ਜਪਣ ਵਾਸਤੇ, ਮਿੱਠੇ ਬੋਲ ਬੋਲਣ ਵਾਸਤੇ। ਪਰ
ਤਿਸਹਿ ਤਿਆਗ ਅਵਰ ਸੰਗ ਰਚਨਾ। ਪਰ ਤੇਰਾ ਉਸ ਵਾਹਿਗੁਰੂ ਨੂੰ ਤਿਆਗ ਕੇ ਛੱਡ ਕੇ ਹੋਰ ਹੀ ਮਹਾਰਾਜ ਕਹਿੰਦੇ ਕਿ ਪਦਾਰਥਾਂ ਦੇ ਵਿੱਚ ਰਚਨਾ ਹੋ ਗਿਆ, ਤੂੰ ਹੋਰ ਹੀ ਚੀਜ਼ਾਂ ਵਿੱਚ ਰਚ ਗਿਆ। ਜਿਹੜੇ ਹੱਥ ਦਿੱਤੇ ਸੀ ਵਾਹਿਗੁਰੂ ਨੇ ਤੈਨੂੰ ਸੇਵਾ ਕਰਨ ਵਾਸਤੇ, ਇਹਨਾਂ ਹੱਥਾਂ ਦੇ ਨਾਲ ਤੂੰ ਬੇਈਮਾਨੀਆਂ ਕਰਨੀਆਂ ਸ਼ੁਰੂ ਕਰਤੀਆਂ, ਕਿਸੇ ਦਾ ਹੱਕ ਮਾਰਨਾ ਸ਼ੁਰੂ ਕਰ ਦਿੱਤਾ, ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਫਿਰ ਮਹਾਰਾਜ ਕਹਿੰਦੇ ਕਿ ਜਿਹੜੇ ਪੈਰ ਦਿੱਤੇ ਸੀ ਤੈਨੂੰ ਵਾਹਿਗੁਰੂ ਨੇ ਸਤ ਸੰਗਤ ਵਿੱਚ ਚੱਲ ਕੇ ਜਾਣ ਵਾਸਤੇ, ਇਹਨਾਂ ਪੈਰਾਂ ਦੇ ਨਾਲ ਤੂੰ ਕੁਸੰਗਤ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਫਿਰ ਇਹਨਾਂ ਕੰਨਾਂ ਦੇ ਨਾਲ ਬਾਣੀ ਸੁਣਨ ਵਾਸਤੇ ਤੈਨੂੰ ਕੰਨ ਦਿੱਤੇ ਸੀ ਵਾਹਿਗੁਰੂ ਨੇ, ਤੂੰ ਇਹਨਾਂ ਕੰਨਾਂ ਦੇ ਨਾਲ ਨਿੰਦਿਆ ਚੁਗਲੀ ਸੁਣਨੀ ਸ਼ੁਰੂ ਕਰ ਦਿੱਤੀ। ਅੱਖਾਂ ਦੇ ਨਾਲ ਸਤਿਗੁਰੂ ਦਾ ਦਰਸ਼ਨ ਕਰਨਾ ਸੀ, ਤੂੰ ਦੁਨਿਆਵੀ ਰੰਗ ਤਮਾਸ਼ੇ ਦੇਖਣੇ ਚੰਗੇ ਸਮਝ ਲੈ। ਰਸਨਾ ਦੇ ਨਾਲ ਵਾਹਿਗੁਰੂ ਦਾ ਨਾਮ ਛੱਡ ਕੇ ਤੂੰ ਹੋਰ ਵਧੀਆ ਵਧੀਆ ਰਸ ਖਾਣੇ ਸ਼ੁਰੂ ਕਰ ਦਿੱਤੇ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਤਿਸਹਿ ਤਿਆਗ ਅਵਰ ਸੰਗ ਰਚਨਾ। ਤਿਸ ਵਾਹਿਗੁਰੂ ਨੂੰ ਛੱਡ ਕੇ ਤੂੰ ਹੋਰ ਚੀਜ਼ਾਂ ਦੇ ਨਾਲ ਤੇਰਾ ਰਚਨਾ ਹੋ ਗਿਆ, ਤੂੰ ਉਹਨਾਂ ਚੀਜ਼ਾਂ 'ਚ ਪਰਚ ਗਿਆ। ਐਸੇ ਦੋਖ ਮੂੜ ਅੰਧ ਵਿਆਪੇ। ਆ ਸਾਰੇ ਜਿੰਨੇ ਵੀ ਉੱਪਰ ਮਹਾਰਾਜ ਨੇ ਲਿਖੇ ਨੇ, ਇਹ ਸਾਰੇ ਦੋਖ, ਇਹ ਦੋਸ਼ ਇਸ ਮੂਰਖ ਨੂੰ ਲੱਗ ਗਏ ਆ, ਚਿੰਬੜ ਗਏ ਆ। ਮਹਾਰਾਜ ਕਹਿਣ ਲੱਗੇ ਇਹਨੇ ਮਾੜੇ ਕਰਮ ਕਰਨੇ ਸ਼ੁਰੂ ਕਰ ਦਿੱਤੇ। ਨਾਨਕ ਕਾਢ ਲਿਹੋ ਪ੍ਰਭ ਆਪੇ। ਹੁਣ ਮਹਾਰਾਜ ਦੇ ਚਰਨਾਂ ਵਿੱਚ ਹੀ ਬੇਨਤੀ ਹੈ, ਹੇ ਵਾਹਿਗੁਰੂ ਤੁਸੀਂ ਆਪ ਹੀ ਕਿਰਪਾ ਕਰਕੇ ਨਾ ਇਹਦੇ ਵਿੱਚੋਂ ਬਾਹਰ ਕੱਢ ਲਓ ਮਹਾਰਾਜ, ਇਹਨਾਂ ਔਗਣਾਂ ਦੇ ਵਿੱਚੋਂ ਬਚਾ ਲਓ ਮਹਾਰਾਜ, ਆਪ ਹੀ ਸੰਸਾਰ ਸਮੁੰਦਰ ਚੋਂ ਬਾਹਰ ਕੱਢ ਲਓ। ਅਗਲੀ ਪੌੜੀ 'ਚ ਸਤਿਗੁਰੂ ਕਹਿੰਦੇ ਆਦ ਅੰਤ ਜੋ ਰੱਖਨਹਾਰ। ਕਹਿੰਦੇ ਦੇਖੋ ਆਦ, ਇਹਦਾ ਆਦ ਕੀ ਸੀ? ਮਾਤਾ ਦੇ ਗਰਭ ਦੇ ਵਿੱਚ ਇਹਦਾ ਆਦ ਮੁੱਢ ਸੀ, ਮਾਤਾ ਦਾ ਗਰਭ ਜਿਹਦੇ ਵਿੱਚ ਪੈਦਾ ਹੋਇਆ। ਹੁਣ ਆਦ ਦੇ ਵਿੱਚ ਵੀ ਮਹਾਰਾਜ ਨੇ ਰੱਖਿਆ ਕੀਤੀ, ਮਾਤਾ ਦੇ ਗਰਭ ਦੇ ਵਿੱਚ, ਮਾਤਾ ਦੇ ਪੇਟ ਦੇ ਵਿੱਚ ਅੱਗ ਦੇ ਵਿੱਚ ਇਸ ਨੂੰ ਸੜਨ ਨਹੀਂ ਦਿੱਤਾ। ਤੇ ਅੰਤ ਜਦੋਂ ਮਰਦਾ ਤੇ ਮਰਨ ਤੇ ਉਹ ਵਾਹਿਗੁਰੂ ਹੀ ਹੈ ਜਿਹੜਾ ਇਹਨੂੰ ਜਮਦੂਤਾਂ ਤੋਂ ਬਚਾਉਣ ਵਾਲਾ, ਰੱਖਣ ਵਾਲਾ, ਇਹਦੀ ਰੱਖਿਆ ਕਰਨ ਵਾਲਾ। ਪਰ ਤਿਸ ਸਿਉ ਪ੍ਰੀਤ ਨਾ ਕਰੈ ਗਵਾਰ। ਜਿਹੜਾ ਵਾਹਿਗੁਰੂ ਇਹਨੂੰ ਆਦ ਅੰਤ ਦੇ ਵਿੱਚ ਰੱਖਣ ਵਾਲਾ ਹੈ, ਇਹ ਗਵਾਰ ਮੂਰਖ ਬੇਸਮਝ ਉਹਦੇ ਨਾਲ ਪ੍ਰੇਮ ਹੀ ਨਹੀਂ ਕਰਦਾ। ਮਹਾਰਾਜ ਕਹਿਣ ਲੱਗੇ ਜਾ ਕੀ ਸੇਵਾ ਨਵ ਨਿਧ ਪਾਵੈ। ਜਿਸ ਵਾਹਿਗੁਰੂ ਦੀ ਸੇਵਾ ਕਰਨ ਦੇ ਨਾਲ ਨੌ ਨਿਧੀਆਂ ਪ੍ਰਾਪਤ ਕਰੀਦੀਆਂ ਨੇ, ਸਾਰੀ ਦੁਨੀਆ ਦੇ ਖਜ਼ਾਨੇ ਮਿਲ ਜਾਂਦੇ, ਤਾਂ ਸਿਓ ਮੂੜਾ ਮਨ ਨਹੀਂ ਲਾਵੇ। ਉਸ ਵਾਹਿਗੁਰੂ ਦੇ ਨਾਲ ਇਹ ਮੂਰਖ ਮਨ ਹੀ ਨਹੀਂ ਲਾਉਂਦਾ, ਪ੍ਰੇਮ ਹੀ ਨਹੀਂ ਕਰਦਾ ਹੈਗਾ। ਜੋ ਠਾਕੁਰ ਸਦ ਸਦਾ ਹਜੂਰੇ। ਜੋ ਵਾਹਿਗੁਰੂ ਸਦਾ ਸਦਾ ਅੰਗ ਸੰਗ ਹੈ, ਨੇੜੇ ਤੋਂ ਨੇੜੇ ਹੈ। ਤਿਸ ਕਉ ਤਾ ਕਉ ਅੰਧਾ ਜਾਣਤ ਦੂਰੇ। ਪਰ ਇਹ ਅੰਨਾ ਉਸ ਵਾਹਿਗੁਰੂ ਨੂੰ ਦੂਰ ਸਮਝਦਾ ਹੈ, ਉਹਨੂੰ ਦੂਰ ਸਮਝ ਕੇ ਲੋਕਾਂ ਨਾਲ ਠੱਗੀਆਂ ਮਾਰਦਾ, ਝੂਠ ਬੋਲਦਾ, ਕਹਿੰਦਾ ਮੈਨੂੰ ਕਿਹੜਾ ਕੋਈ ਦੇਖਣ ਵਾਲਾ। ਉਹ ਜਿਹੜਾ ਸਦਾ ਸਦਾ ਨੇੜੇ ਤੋਂ ਨੇੜੇ ਹੈ, ਉਹਨੂੰ ਦੂਰ ਸਮਝੀ ਬੈਠਾ। ਮਹਾਰਾਜ ਕਹਿਣ ਲੱਗੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ। ਜਿਸ ਵਾਹਿਗੁਰੂ ਦੀ ਟਹਿਲ ਕਰਨ ਦੇ ਨਾਲ, ਸੇਵਾ ਭਗਤੀ ਕਰਨ ਦੇ ਨਾਲ ਪਰਮਾਤਮਾ ਦੀ ਦਰਗਾਹ 'ਚ ਮਾਣ ਮਿਲਦਾ। ਤਿਸਹਿ ਬਿਸਾਰੈ ਮੁਗਧ ਅਜਾਨ। ਇਹ ਮੁਗਧ ਮੂਰਖ ਅਣਜਾਣ ਉਸ ਵਾਹਿਗੁਰੂ ਨੂੰ ਹੀ ਵਿਸਾਰ ਦਿੰਦਾ ਔਰ ਉਸ ਪਰਮਾਤਮਾ ਨੂੰ ਹੀ ਭੁਲਾ ਦਿੰਦਾ। ਸਦਾ ਸਦਾ ਇਹੋ ਭੁੱਲਣਹਾਰ। ਮਹਾਰਾਜ ਕਹਿੰਦੇ ਇਹ ਜੀਵ ਤਾਂ ਸਦਾ ਹੀ ਸਦਾ ਭੁੱਲਣ ਵਾਲਾ ਹੀ ਹੈ, ਹਮੇਸ਼ਾ ਭੁੱਲ ਜਾਂਦਾ ਹੈ, ਭੁੱਲਾਂ ਕਰਦਾ ਹੈ, ਗਲਤੀਆਂ ਕਰਦਾ ਹੈ। ਨਾਨਕ ਰਾਖਣਹਾਰ ਅਪਾਰ। ਉਹ ਵਾਹਿਗੁਰੂ ਹੀ ਹੈ ਜਿਹੜਾ ਇਸ ਨੂੰ ਰੱਖਣ ਵਾਲਾ ਹੈ, ਉਹ ਵਾਹਿਗੁਰੂ ਹੈ ਇਹਦੀ ਰੱਖਿਆ ਕਰਨ ਵਾਲਾ, ਉਹ ਆਪ ਹੀ ਹੈ। ਜੇ ਇਹਨੂੰ ਰੱਖ ਲਵੇ, ਬਚਾ ਲਵੇ ਤਾਂ ਕਹਿਣਾ ਹੀ ਕੀ ਹੈ। ਅਗਲੀ ਪੌੜੀ 'ਚ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਰਤਨ ਤਿਆਗ ਕੌਡੀ ਸੰਗ ਰਚੈ। ਇਹਦਾ ਸੁਭਾਅ ਹੈ, ਵਾਹਿਗੁਰੂ ਦਾ ਨਾਮ ਰਤਨਾਂ ਦੀ ਨਿਆਈ ਅਨਮੋਲ ਹੈ, ਪਰ ਉਹ ਨਾਮ ਨੂੰ ਛੱਡ ਕੇ ਮਾਇਆ ਰੂਪੀ ਕੌਡੀਆਂ ਵਿੱਚ ਰਚ ਜਾਂਦਾ ਹੈ। ਨਾਮ ਨੂੰ ਛੱਡ ਕੇ ਨਾ ਕਹਿਣ ਲੱਗਾ ਵੀ ਜਿੰਨੇ ਚਿਰ ਨੂੰ ਮੈਂ ਨਾਮ ਜਪਣਾ, ਐਨੇ ਚਿਰ ਨੂੰ ਮੈਂ ਕਈ ਕੰਮ ਨਿਬੇੜ ਲੈਣੇ, ਮੈਂ ਕਿੰਨਾ ਹੀ ਧਨ ਕਮਾ ਲੈਣਾ ਹੈ। ਮਹਾਰਾਜ ਕਹਿੰਦੇ ਨਾਮ ਨੂੰ ਛੱਡ ਕੇ ਮਾਇਆ ਰੂਪੀ ਕੌਡੀਆਂ ਵਿੱਚ ਰਚਿਆ ਰਹਿੰਦਾ। ਸਾਚ ਛੋੜ ਝੂਠ ਸੰਗ ਮਚੈ। ਫਿਰ ਸੱਚ ਨੂੰ ਛੱਡ ਕੇ ਝੂਠ ਦੇ ਵਿੱਚ ਮਸਤ ਹੋਇਆ ਰਹਿੰਦਾ, ਮਚਕਾਰੇ ਲੈਂਦਾ, ਝੂਠ ਦੇ ਵਿੱਚ ਖੁਸ਼ ਰਹਿੰਦਾ। ਸੱਚੇ ਨਾਮ ਨੂੰ ਛੱਡ ਕੇ ਝੂਠੇ ਪਦਾਰਥਾਂ ਦੇ ਵਿੱਚ ਰਹਿਣਾ ਇਸ ਨੂੰ ਚੰਗਾ ਲੱਗਦਾ, ਪਦਾਰਥਾਂ ਵਿੱਚ ਖੁਸ਼ ਰਹਿੰਦਾ, ਮਸਤ ਰਹਿੰਦਾ। ਮਹਾਰਾਜ ਕਹਿੰਦੇ ਜੋ ਛੱਡਣਾ ਸੋ ਅਸਥਿਰ ਕਰ ਮਨ ਹੈ। ਜਿਹੜਾ ਇਹ ਸਰੀਰ ਛੱਡਣਾ ਹੈ ਨਾ, ਅਸੀਂ ਇਹਨੂੰ ਛੱਡ ਹੀ ਦੇਣਾ ਸਰੀਰ ਨੂੰ। ਅੱਜ ਨਹੀਂ ਛੱਡ ਦਾਂਗੇ, ਕੱਲ ਨੂੰ ਛੱਡ ਦਾਂਗੇ, ਇਹਦਾ ਕੋਈ ਭਰੋਸਾ ਤਾਂ ਹੈ ਨਹੀਂਗਾ।
ਜੋ ਛੱਡਣਾ, ਜਿਸ ਨੂੰ ਛੱਡਣਾ ਸਰੀਰ ਨੂੰ, ਸੋ ਅਸਥਿਰ ਕਰਮ ਮਨ ਹੈ। ਉਹਨੂੰ ਇਹ ਅਸਥਿਰ ਮਤਲਬ ਇਹ ਤਾਂ ਜਿੱਦਾਂ ਕਦੇ ਨਾਸ ਹੋਣਾ ਹੀ ਨਹੀਂ, ਇਹਨੂੰ ਤਾਂ ਐਵੇਂ ਸਮਝਦਾ ਵੀ ਇਹ ਤਾਂ ਸਦਾ ਕਾਇਮ ਰਹੂਗਾ, ਇਹ ਅਸਥਿਰ ਰਹੂਗਾ, ਇਹਨੇ ਕਿਹੜਾ ਖਤਮ ਹੋਣਾ। ਫਿਰ ਅੱਗੇ ਮਹਾਰਾਜ ਕਹਿੰਦੇ, ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੋ ਹੋਵਨ ਸੋ ਦੂਰ ਪਰਾਨਾ ਹੈ। ਜਿਹੜਾ ਹੋਣਾ ਮਤਲਬ ਜਿਹੜੀ ਗੱਲ ਸੱਚ ਹੋਣੀ ਹੈ, ਮਤਲਬ ਮਰਨਾ ਸੱਚ ਹੈ, ਮਰਨਾ ਤਾਂ ਹੈਗਾ ਹੀ ਹੈ, ਜਿਉਂਦੇ ਤਾਂ ਰਹਿਣਾ ਨਹੀਂ ਕਿਸੇ ਨੇ। ਜੋ ਹੋਵਨ ਸੋ ਦੂਰ ਪਰਾਨਾ, ਜਿਹੜੀ ਗੱਲ ਸੱਚ ਹੋਣ ਵਾਲੀ ਹੈ ਮੌਤ ਵਾਲੀ, ਉਹਨੂੰ ਦੂਰ ਕਰ ਦਿੰਦਾ। ਕਹਿੰਦਾ ਮੈਂ ਕਿਹੜਾ ਮਰਨਾ, ਇਹ ਮੌਤ ਨੂੰ ਚੇਤੀ ਹੀ ਨਹੀਂ ਕਰਦਾ, ਯਾਦ ਹੀ ਨਹੀਂ ਕਰਦਾ ਹੈਗਾ। ਸੰਗ ਸਹਾਈ ਤਿਸ ਪਰ, ਮਹਾਰਾਜ ਕਹਿੰਦੇ ਛੋੜ ਜਾਏ ਤਿਸ ਕਾ ਸ਼ਰਮ ਕਰੈ। ਜਿਹੜੀ ਚੀਜ਼ ਨੇ ਇਸ ਨੂੰ ਛੱਡ ਜਾਣਾ, ਇਹਦੇ ਨਾਲ ਨਹੀਂ ਨਿਭਣਾ, ਸਾਰੀ ਜ਼ਿੰਦਗੀ ਉਹਦੇ ਲਈ ਮਹਾਰਾਜ ਕਹਿਣ ਲੱਗੇ ਮਿਹਨਤ ਕਰਦਾ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਜਿਹੜੀ ਚੀਜ਼ ਨੇ ਛੱਡ ਜਾਣਾ, ਮਾਇਆ ਨੇ, ਪਦਾਰਥਾਂ ਨੇ, ਉਹਦਾ ਸ਼ਰਮ ਕਰਦਾ, ਮਤਲਬ ਉਹਦੇ ਲਈ ਮਿਹਨਤ ਕਰਦਾ ਸਾਰੀ ਜ਼ਿੰਦਗੀ। ਆਪਣੇ ਹੱਡ ਤੋੜਦਾ ਹੈ, ਆਪਣੇ ਸਰੀਰ ਨੂੰ ਵਾਹ ਦਿੰਦਾ ਹੈ, ਉਹਦੇ ਲਈ ਸਰੀਰ ਥਕਾ ਲੈਂਦਾ ਆਪਣਾ। ਜਿਹੜੀ ਚੀਜ਼ ਛੱਡ ਕੇ ਜਾਣਾ ਉਹਦੇ ਲਈ ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਮਿਹਨਤ ਕਰਦਾ ਰਹਿੰਦਾ। ਤੇ ਅੱਗੇ ਸਤਿਗੁਰੂ ਜੀ ਕਹਿਣ ਲੱਗੇ, ਸੰਗ ਸਹਾਈ ਤਿਸ ਪਰ ਹਰੈ। ਜੋ ਵਾਹਿਗੁਰੂ, ਜੋ ਪ੍ਰਮਾਤਮਾ ਦਾ ਨਾਮ ਇਹਦੇ ਨਾਲ ਸਹਾਇਕ ਹੋਣਾ, ਉਹਨੂੰ ਪਾਸੇ ਕਰ ਦਿੰਦਾ। ਜਿਹੜੀ ਚੀਜ਼ ਨੇ ਛੱਡ ਜਾਣਾ ਉਹਦੇ ਲਈ ਤਾਂ ਸਾਰੀ ਜ਼ਿੰਦਗੀ ਮਿਹਨਤ ਕਰਦਾ ਰਹਿੰਦਾ। ਜਿਹੜੀ ਚੀਜ਼ ਨੇ ਨਾਲ ਜਾਣਾ, ਸੰਗ ਜਾ ਕੇ ਇਹਦੇ ਨਾਲ ਸਹਾਇਕ ਹੋਣਾ, ਉਹਨੂੰ ਪਾਸੇ ਕਰ ਦਿੰਦਾ, ਉਹਨੂੰ ਤਿਆਗ ਦਿੰਦਾ, ਦੂਰ ਕਰ ਦਿੰਦਾ। ਕਹਿੰਦੇ ਇਹਦਾ ਹਾਲ ਤਾਂ ਉਸ ਗਧੇ ਵਰਗਾ, ਚੰਦਨ ਲੇਪ ਉਤਾਰੈ ਧੋਏ। ਜਿਸ ਗਧੇ ਦੇ ਉੱਤੇ ਆਪਾਂ ਜੇ ਚੰਦਨ ਦਾ ਲੇਪ ਕਰ ਦਈਏ ਨਾ, ਸਾਬਣ ਨਾਲ ਨਵਾ ਦਈਏ, ਉਹਦੇ ਤੇ ਚੰਦਨ ਦਾ ਲੇਪ ਕਰ ਦਈਏ, ਤੇ ਕਹਿਣ ਲੱਗੇ ਉਹ ਚੰਦਨ ਲੇਪ ਉਤਾਰੈ ਧੋਏ। ਉਹ ਜਿਹੜਾ ਚੰਦਨ ਦਾ ਲੇਪ ਹੈ ਨਾ, ਉੱਥੇ ਪਾਣੀ ਦੇ ਵਿੱਚ ਫਿਰ ਫਿਰ ਕੇ ਉਹ ਚੰਦਨ ਦੇ ਲੇਪ ਨੂੰ ਆਪਣੇ ਉੱਪਰੋਂ ਧੋ ਦਿੰਦਾ। ਮਤਲਬ ਆਪਣੇ ਉੱਪਰ ਚੰਦਨ ਦਾ ਲੇਪ ਨਹੀਂ ਰਹਿਣ ਦਿੰਦਾ, ਉਹਨੂੰ ਤਾਂ ਧੋ ਕੇ ਪਾਸੇ ਮਾਰੂਗਾ। ਗਧਾ ਜਿਹੜਾ ਹੁੰਦਾ, ਗਰ ਧਬ ਪ੍ਰੀਤ ਭਸਮ ਸੰਗ ਹੋਏ। ਉਸ ਗਧੇ ਦੀ ਪ੍ਰੀਤ ਭਸਮ ਦੇ ਨਾਲ ਹੁੰਦੀ ਹੈ। ਜਿੱਥੇ ਉਹਨੂੰ ਸਵਾਹ ਦੀ ਢੇਰੀ ਦਿਸ ਗਈ ਨਾ, ਸਵਾਹ ਦਾ ਢੇਰ ਦਿਸ ਗਿਆ, ਉੱਥੇ ਹੀ ਲਿਟਣ ਲੱਗ ਜਾਣਾ। ਆਪਣੇ ਸਰੀਰ ਦੇ ਉੱਤੇ ਸਵਾਹ ਲਾ ਲੈਣੀ ਹੈ ਉਸਨੇ, ਆਪਣੇ ਸਰੀਰ ਦੇ ਉੱਤੇ ਸਵਾਹ ਮਲ ਲੈਣੀ ਹੈ, ਉੱਥੇ ਉਹਦੇ ਵਿੱਚ ਲਿਟੀ ਜਾਊਗਾ ਸਵਾਹ 'ਚ। ਚੰਦਨ ਦਾ ਜਿਹੜਾ ਲੇਪ ਉਹਨੂੰ ਤਾਂ ਉਤਾਰ ਦੂਗਾ, ਪਾਸੇ ਧੋ ਕੇ ਪਰਾਂ ਮਾਰੂਗਾ, ਪਰ ਜਿਹੜੀ ਭਸਮ ਹੈ ਉਹਨੂੰ ਆਪਣੇ ਸਰੀਰ ਤੇ ਮਲੀ ਜਾਊਗਾ, ਭਸਮ ਦੇ ਵਿੱਚ ਲਿਟੀ ਜਾਊਗਾ। ਮਹਾਰਾਜ ਕਹਿਣਗੇ ਉਹਦੀ ਭਸਮ ਦੇ ਨਾਲ ਹੀ ਪ੍ਰੀਤ ਹੈ। ਇਸੇ ਤਰ੍ਹਾਂ ਮਹਾਰਾਜ ਕਹਿਣਗੇ ਚੰਦਨ ਦੀ ਨਿਆਈ ਵਾਹਿਗੁਰੂ ਦਾ ਜਸ ਹੈ। ਉਹਨੂੰ ਤਾਂ ਮਹਾਰਾਜ ਕਹਿਣਗੇ ਮੰਦ ਕਰਮਾਂ ਦੇ ਨਾਲ, ਵਿਸ਼ੇ ਵਾਸ਼ਨਾ ਦੇ ਨਾਲ ਧੋ ਕੇ ਪਾਸੇ ਮਾਰਦਾ। ਤੇ ਫਿਰ ਕਹਿਣ ਲੱਗੇ ਸਤਿਗੁਰੂ ਸਾਹਿਬ ਜੀ, ਜਿਹੜੇ ਪਾਪ ਨੇ, ਮੰਦ ਕਰਮ ਨੇ, ਉਹਨਾਂ ਦੀ ਉਹਦੇ ਨਾਲ ਇਹਦੀ ਪ੍ਰੀਤ ਹੈ, ਜਿਵੇਂ ਗਧੇ ਦੀ ਪ੍ਰੀਤ ਸਵਾਹ ਦੇ ਨਾਲ ਹੁੰਦੀ ਹੈ। ਮਾੜੇ ਕਰਮਾਂ 'ਚ ਇਹਦਾ ਪ੍ਰੇਮ ਹੈ, ਸਤਿਗੁਰੂ ਕਹਿਣ ਲੱਗੇ। ਅੱਗੇ ਅਖੀਰ 'ਚ ਮਹਾਰਾਜ ਬਚਨ ਕਰਦੇ ਹਨ, ਚੌਥੀ ਪੌੜੀ ਦੀ, ਅੰਧਕੂਪ ਮਹਿ ਪਤਿਤ ਵਿਕਰਾਲ। ਮਹਾਰਾਜ ਕਹਿਣ ਲੱਗੇ ਮੂਰਖ ਅੰਨੇ ਖੂਹ ਦੇ ਵਿੱਚ, ਸੰਸਾਰ ਰੂਪੀ ਅੰਨੇ ਖੂਹ ਦੇ ਵਿੱਚ ਪੈ ਰਿਹਾ, ਡਿੱਗ ਰਿਹਾ ਹੈ। ਨਾਨਕ ਕਾਢ ਲੇਹੋ ਪ੍ਰਭ ਦਿਆਲ। ਹੇ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ, ਸਾਨੂੰ ਜੀਵਾਂ ਨੂੰ ਮਹਾਰਾਜ ਆਪ ਤੁਸੀਂ ਕਿਰਪਾ ਕਰਕੇ ਇਸ ਅੰਨੇ ਖੂਹ ਦੇ ਵਿੱਚੋਂ ਕਿਰਪਾ ਕਰਕੇ ਮਹਾਰਾਜ ਬਾਹਰ ਕੱਢ ਲਓ, ਸਾਨੂੰ ਬਚਾ ਲਓ ਮਹਾਰਾਜ। ਇਸ ਤਰ੍ਹਾਂ ਹੋਈਆਂ ਬੇਅੰਤ ਗਲਤੀਆਂ ਦੀ ਮਾਫੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।